ਹੁੰਦੇ ਨੇ ਉਸ ਉਪਦੇਸ਼ ਨੂੰ ਅਸੀਂ ਕੀ ਕਰਨਾ, ਅਸੀਂ ਆਪਣੇ ਗਲੇ ਦਾ ਹਾਰ ਬਣਾਉਣਾ। ਜਿਵੇਂ ਆਪਾਂ ਉਦਾਹਰਨ ਲੈਤੀ ਹੈ ਨਾ ਵੀ ਇੱਕ ਤਾਗੇ ਦੇ ਵਿੱਚ ਕਿੰਨੇ ਮਣਕੇ ਨੇ, ਇਵੇਂ ਜਿਵੇਂ ਗੁਰੂ ਕੀ ਪਾਵਨ ਬਾਣੀ ਦਾ ਇੱਕ ਇੱਕ ਲਫ਼ਜ਼, ਇੱਕ ਇੱਕ ਅੱਖਰ ਮਣਕੇ ਵਾਂਗ ਆਪਣੀ ਜ਼ਿੰਦਗੀ ਦੀ ਮਰਜ਼ਾਦਾ ਰੂਪੀ ਤਾਗੇ ਦੇ ਵਿੱਚ ਪਰੋ ਦਈਏ ਤਾਂ ਫਿਰ ਸਾਡੀ ਜ਼ਿੰਦਗੀ ਬਿਹਤਰ ਹੈ। ਤੇ ਅੱਜ ਭਗਤ ਕਬੀਰ ਸਾਹਿਬ ਜੀ ਨੇ ਨਾ ਥੋੜੀ ਜਿਹੀ ਲੋਕਾਂ ਦੇ ਨਾਲ ਉਹ ਵਿਚਾਰ ਕੀਤੇ ਆ, ਕਿਉਂਕਿ ਜਿਹੜੇ ਦਾਨੇ ਪੁਰਖਾਂ ਨਾ ਇਹਨਾਂ ਨੂੰ ਕੇਵਲ ਇਹ ਨਹੀਂ ਕਹਿ ਸਕਦੇ ਆਪਾਂ ਵੀ ਕੇਵਲ ਤੇ ਕੇਵਲ ਇੱਕ ਪੱਖੀ ਹੋ ਕੇ ਚੱਲਦੇ ਨੇ। ਠੀਕ ਆ, ਕੋਈ ਅੱਜ ਦੇ ਸਮੇਂ ਵਿੱਚ ਕੋਈ ਹੱਠੀ ਹਿੰਡੀ ਹੋ ਸਕਦਾ ਜਿਹੜਾ ਇੱਕ ਤਰਫ ਚੱਲੇ, ਤੇ ਭਗਤਾਂ ਨੇ, ਰੱਬੀ ਪਿਆਰਿਆਂ ਨੇ ਜੋ ਜੋ ਦੁਨੀਆ ਦੇ ਹਾਲਾਤ ਸੀ ਨਾ, ਜੋ ਜੋ ਦੁਨੀਆ ਦੇ ਸੁਭਾਅ ਸੀ, ਉਹਨਾਂ ਸੁਭਾਵਾਂ ਨੂੰ, ਉਹਨਾਂ ਹਾਲਾਤਾਂ ਨੂੰ ਵੀ ਆਪਣੇ ਪਾਵਨ ਪਵਿੱਤਰ ਬੋਲਾਂ ਦੇ ਰਾਹੀਂ ਬਿਆਨ ਕੀਤਾ ਵੀ ਇਹ ਦੁਨੀਆ ਐਸੀ ਆ, ਇਹ ਬਖਸ਼ਦੇ ਨਹੀਂ ਕਿਸੇ ਨੂੰ। ਕੁਦਰਤੀ ਗੱਲ ਆ, ਜੇ ਉਦੋਂ ਇਹ ਹਾਲਾਤ ਸੀ ਤਾਂ ਅੱਜ ਵੀ ਉਹ ਹਾਲਾਤ ਨੇ, ਬਖਸ਼ਦਾ ਅੱਜ ਵੀ ਨਹੀਂ ਕੋਈ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਕਿਸੇ ਦੀ ਪਰਵਾਹ ਨਹੀਂ ਕਰੀਦੀ, ਬੇਪਰਵਾਹ ਹੋ ਕੇ ਚੱਲੋ, ਕੇਵਲ ਗੁਰੂ ਦੀ ਮੱਤ ਪੱਲੇ ਹੋਵੇ ਤੇ ਗੁਰੂ ਦਾ ਡਰ ਹੋਵੇ, ਬਾਕੀ ਕਿਸੇ ਦਾ ਡਰ, ਕਿਸੇ ਦੀ ਮੱਤ ਲੈਣ ਦੀ ਲੋੜ ਨਹੀਂ। ਕਿਸੇ ਦੀਆਂ ਅੱਖਾਂ ਵਿੱਚ ਆਪਣੇ ਆਪ ਨੂੰ ਸਿੱਧ ਕਰਨ ਦੀ ਲੋੜ ਨਹੀਂ ਵੀ ਮੈਂ ਬਹੁਤ ਸਿਆਣਾ, ਮੇਰੇ ਵਰਗਾ ਕੋਈ ਹੈ ਨਹੀਂ ਤੇ ਮੇਰੀ ਉਪਮਾ ਕਰ। ਇਹ ਸੁਣਨ ਦੀ ਸਾਨੂੰ ਲੋੜ ਹੀ ਨਾ ਪਵੇ। ਇਹ ਸਾਡੇ ਕੰਨਾਂ ਨੂੰ ਜਿਹੜਾ ਰਸ ਚੁੰਬੜਿਆ ਹੋਇਆ ਨਾ, ਤੇ ਇਸ ਰਸ ਤੋਂ ਅਸੀਂ ਮੁਕਤ ਹੋ ਜਾਈਏ। ਤੇ ਭਗਤ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ 'ਚ ਇੱਕ ਥਾਂ ਹੋਰ ਵੀ ਲਿਖਿਆ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈੜਾਰੀ। ਮੈਂ ਤਾਂ ਆਪਣੇ ਜੀਵਨ ਦੇ ਵਿੱਚ ਨੱਕ ਤੋਂ ਵੀ ਕੱਟਤੀ, ਕੰਨਾਂ ਤੋਂ ਵੀ ਕੱਟਤੀ। ਕਹੇ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਕਬੀਰ ਸਾਹਿਬ ਜੀ ਕਹਿੰਦੇ ਇਹਨੂੰ ਕੱਟ ਦੋ ਭਾਈ, ਪਾਸੇ ਕਰ ਦੋ, ਕੰਨਾਂ ਤੋਂ ਵੀ ਕੱਟ ਦੋ, ਨੱਕ ਤੋਂ ਵੀ ਕੱਟ ਦੋ। ਤੇ ਤਿੰਨੇ ਲੋਕਾਂ ਦੇ ਵਿੱਚ ਬਹੁਤ ਵੱਡੀ ਮਹੱਤਤਾ ਰੱਖਦੀ ਆ, ਕਾਫੀ ਵੱਡੀ ਮਹੱਤਤਾ ਭਾਵ ਰੱਖਦੀ ਆ। ਤੇ ਕਬੀਰ ਸਾਹਿਬ ਜੀ ਕਹਿੰਦੇ ਇਸ ਦਾ ਸ਼ਿਕਾਰ ਹਰ ਕੋਈ ਹੋ ਜਾਂਦਾ, ਪਰ ਕਬੀਰ ਸਾਹਿਬ ਜੀ ਨੇ ਮਾਣ ਨਾਲ, ਦਾਅਵੇ ਨਾਲ ਕਹਿ ਦਿੱਤਾ, ਮੈਂ ਤਾਂ ਕੱਟ ਕੇ ਪਰਾਂ ਸੁੱਟਦੀ। ਰੱਬ ਦੇ ਪਿਆਰੇ ਤਾਂ ਕੱਟ ਕੇ ਪਰਾਂ ਕਰ ਦਿੰਦੇ ਨੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ। ਉਹ ਕਿਹੜੀ ਮਾਇਆ ਜਿਹੜੀ ਸੰਤਨ ਕੀ ਬੈਰ ਨਾ, ਉਹ ਹੈ ਆਪਣੀ ਪ੍ਰਭਤਾ ਨੂੰ ਸੁਣਨਾ। ਇੱਕ ਤਾਂ ਲੋਕ ਕਰਨ ਅਲੱਗ ਗੱਲ ਆ, ਇੱਕ ਸਪੈਸ਼ਲ ਕੁਝ ਵਿਸ਼ੇਸ਼ ਕਰਕੇ, ਕੁਝ ਦੇ ਕੇ, ਲਾਲਚ ਜਾਂ ਕੁਝ ਹੋਰ ਤੇ ਸੁਣਨਾ। ਜਾਂ ਕਈ ਵਾਰ ਕੁਦਰਤੀ ਸੁਭਾਅ ਬੰਦੇ ਦਾ ਲਾਲਚ ਵੀ ਦੇਣ ਵਾਲੀ ਗੱਲ ਛੱਡੋ, ਆਪਾਂ ਹਰ ਇੱਕ ਦੇ ਅੰਦਰ ਇੱਕ ਭਾਵਨਾ ਹੁੰਦੀ ਹੈ ਵੀ ਮੇਰੀ ਥੋੜੀ ਬਹੁਤੀ ਤਾਂ ਵਡਿਆਈ ਹੋਵੇ ਯਾਰ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਛੱਡਤੀ। ਤੇ ਇਸ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਬੜਾ ਆਪਣੇ ਜ਼ਿੰਦਗੀ ਦੇ ਵਿੱਚ ਬੀਤੇ ਹੋਏ ਕੁਝ ਪਲਾਂ ਨੂੰ ਸੁਚੱਜੇ ਢੰਗ ਨਾਲ ਬਿਆਨ ਕੀਤਾ। ਕਹਿੰਦਾ ਮਾਇਆ ਇਹ ਬਹੁਤ ਭੈੜੀ ਹੈ, ਜਿਹੜੀ ਬੰਦੇ ਨੂੰ ਆਪਣੇ ਰਸ ਵਿੱਚ ਫਸਾ ਲੈਂਦੀ ਹੈ, ਕੰਨਾਂ ਨੂੰ ਸੁਣਨ ਦੀ ਆਦਤ ਪੈ ਜਾਂਦੀ ਆ। ਬੜਾ ਵਧੀਆ ਬੰਦਾ, ਇਹਦੇ ਵਰਗਾ ਕੋਈ ਹੋਰ ਨਹੀਂ ਹੈ। ਨੱਕ ਨੂੰ ਸੁੰਘਣ ਦੀ ਆਦਤ ਪੈ ਜਾਂਦੀ, ਮੇਰਾ ਨੱਕ ਨਹੀਂ ਰਹਿਣਾ ਜੇ ਆਹ ਕੰਮ ਨਾ ਕੀਤਾ। ਪਰ ਕਬੀਰ ਸਾਹਿਬ ਜੀ ਕਹਿੰਦੇ ਤੁਸੀਂ ਬੇਪਰਵਾਹ ਹੋ, ਨਾ ਨੱਕ ਦੀ ਨਾ ਕੰਨ ਦੀ, ਕੋਈ ਪਰਵਾਹ ਹੀ ਨਾ ਮੰਨੋ। ਕਰਨਾ ਕੀ ਹੈ, ਤੁਸੀਂ ਲੋਕਾਂ ਦੀ ਨਿਗਾਹ ਦੇ ਵਿੱਚ ਸਿਆਣੇ ਬਣਨ ਦੀ ਬਜਾਏ
ਗੁਰੂ ਦੀ ਨਿਗਾਹ 'ਚ ਸਿਆਣੇ ਬਣ ਜਾਓ। ਲੋਕ ਜੇ ਬੌਰਾ ਕਹਿੰਦੇ ਹਨ ਤਾਂ ਕਹਿ ਲੈਣ ਦੋ, ਜੇ ਕਹਿੰਦੇ ਨੇ, ਪਰ ਗੁਰੂ ਨਾ ਕਹੇ। ਇੱਕ ਆਪਣੀ ਲੋਕ ਕਹਾਵਤ ਵੀ ਆ, ਜਿਹੜੀ ਇਤਿਹਾਸ ਦੇ ਨਾਲ ਜਾਂ ਸਿਧਾਂਤ ਦੇ ਨਾਲ, ਸੰਗਤ ਦੇ ਪਿਆਰ ਦੇ ਨਾਲ ਮੇਲ ਖਾਂਦੀ ਆ। ਉਹ ਕਿਹੜੀ? ਉਹ ਆਹੀ ਗੱਲ ਢੁਕਦੀ ਆ, ਮਤਲਬ ਸੇਮ ਆ ਗੱਲ, ਪਰ ਉੱਥੇ ਸ਼ਬਦਾਂ ਦਾ ਅਦਲ ਬਦਲ ਹੈ, ਪਰ ਮਤਲਬ ਆਹੀ ਆ। ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਇਹੀ ਗੱਲ ਕਬੀਰ ਸਾਹਿਬ ਨੇ ਆਪਣੇ ਪਾਵਨ ਸ਼ਬਦ ਵਿੱਚ ਲਿਖੀ ਆ। ਉਹਦਾ ਮਤਲਬ ਮੇਰਾ ਗੁਰੂ ਨਾ ਰੁੱਸੇ, ਜੱਗ ਦੀ ਮੈਨੂੰ ਕੋਈ ਪਰਵਾਹ ਨਹੀਂ। ਮੈਂ ਲੋਕਾਂ ਦੀ ਨਿਗਾਹ 'ਚ ਸਹੀ ਨਹੀਂ ਹੋਣਾ ਚਾਹੁੰਦਾ, ਮੈਂ ਗੁਰੂ ਦੀ ਨਿਗਾਹ 'ਚ ਸਹੀ ਹੋਣਾ ਚਾਹੀਦਾ। ਤੇ ਕਬੀਰ ਸਾਹਿਬ ਜੀ ਕਹਿੰਦੇ, ਤੁਸੀਂ ਪਹਿਲੀ ਕਹਿ ਦਿਆ ਕਰੋ ਅਸੀਂ ਤਾਂ ਕਮਲੇ ਹੀ ਚੰਗੇ ਭਾਈ। ਕਮਲੇ ਹਾਂ, ਕਮਲੇ ਰਹਾਂਗੇ, ਕਮਲੇ ਚੰਗੇ ਆ। ਫਿਰ ਲਿਖਿਆ ਕੀ ਆ ਪਾਤਸ਼ਾਹ ਨੇ? ਮੇਰੇ ਬਾਬਾ ਮੈਂ ਬੌਰਾ, ਬੌਰਾ ਤੋਂ ਭਾਵ ਬੌਲਾ, ਮੈਂ ਬੌਰਾ ਮੇਰਾ ਰਾਮ ਅਵਤਾਰ। ਜਿਹੜਾ ਮੇਰਾ ਮਾਲਕ ਆ ਨਾ, ਮੇਰਾ ਦਾਤਾ ਗਾ, ਉਹ ਬੜਾ ਸਿਆਣਾ ਗਾ, ਉਹ ਬੜਾ ਵਧੀਆ ਗਾ। ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ। ਤੇ ਜਿਹੜੀ ਸਾਰੀ ਖਲਕਤ ਆ ਨਾ, ਇਹ ਬੜੀ ਸਿਆਣੀ ਆ। ਮੈਨੂੰ ਇਉਂ ਜੇ ਲੱਗਦਾ ਵੀ ਜੇ ਆਪਾਂ ਕਹਿ ਦਈਏ ਨਾ ਵੀ ਹਾਂ ਭਾਈ ਅਸੀਂ ਨਹੀਂ ਸਿਆਣੇ, ਸਿਆਣੇ ਤੁਸੀਂ ਹੀ ਆ, ਸਾਰੇ ਜੰਜਾਲ ਹੀ ਮੁੱਕਦੇ ਆ, ਸਾਰੇ ਜੰਜਾਲ ਕਹਿ ਲੋ, ਸਾਰੀ ਬਹਿਸ ਕਹਿ ਲੋ, ਖਤਮ ਹੁੰਦੀ ਆ। ਇੰਨੀ ਗੱਲ ਕਹਿ ਦਿੱਤੀ। ਲੜਾਈ ਵਹਿਸ ਦਾ ਵਧਣ ਦਾ ਇੱਕੋ ਇੱਕ ਕਾਰਨ ਆ, ਜਦੋਂ ਬੰਦਾ ਬੰਦੇ ਦੇ ਅੱਗੇ ਸਪਸ਼ਟੀਕਰਨ ਦੇਣ ਲੱਗ ਜਾਂਦਾ। ਪਰ ਮਾਫ ਕਰਨਾ, ਸਪਸ਼ਟੀਕਰਨ ਦੇਣਾ ਵੀ ਪੈਂਦਾ, ਇਹੋ ਜਿਹੀ ਗੱਲ ਨਹੀਂ ਵੀ ਨਹੀਂ ਦੇਣਾ ਪੈਂਦਾ। ਪਰ ਕਬੀਰ ਸਾਹਿਬ ਜੀ ਕਹਿੰਦੇ ਇਦਾਂ ਇਸ ਢੰਗ ਨਾਲ ਸਪਸ਼ਟੀਕਰਨ ਕਰੋ ਵੀ ਤੁਸੀਂ ਖੁਦ ਨਾ ਮਾਲਕ ਦੀ ਨਿਗਾਹ ਚੋਂ ਗਿਰ ਜਾਓ, ਰੱਬ ਦੀ ਨਿਗਾਹ ਚੋਂ ਡਿੱਗ ਨਾ ਪਿਓ। ਇਦਾਂ ਦਾ ਸਪਸ਼ਟੀਕਰਨ ਦਿਓ। ਤੇ ਹਰੇਕ ਨਾਲ ਜੀ ਨਾਲ ਬੈਂਸਣ ਦੀ ਲੋੜ ਨਹੀਂ, ਕੋਈ ਮਤਲਬ ਨਹੀਂ, ਕੋਈ ਸਾਡੀ ਜ਼ਿੰਦਗੀ ਦੇ ਵਿੱਚ ਉਸ ਚੀਜ਼ ਦਾ ਸਾਨੂੰ ਲਾਭ ਨਹੀਂ ਹੋਵੇਗਾ। ਬਸ ਕਹਿ ਦੋ ਮੇਰੇ ਬਾਬਾ ਮੈਂ ਬੌਰਾ, ਮੈਂ ਤਾਂ ਪਾਗਲ ਹਾਂ, ਸਭ ਖਲਕ ਸਿਆਣੀ। ਪੰਜਵੇਂ ਪਾਤਸ਼ਾਹ ਨੇ ਲਿਖਿਆ ਨਾ, ਹਮ ਮੂਰਖ ਤੁਮ ਚਤਰ ਸਿਆਣੇ। ਕੀ ਘਟ ਗਿਆ? ਕੁਛ ਵੀ ਨਹੀਂ। ਪੰਜਵੇਂ ਪਾਤਸ਼ਾਹ ਕਹਿੰਦੇ ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾਂ ਕਾ ਗਿਆਤਾ। ਹੇ ਵਾਹਿਗੁਰੂ ਜੀ, ਇੱਥੇ ਭਾਵੇਂ ਦੁਨੀਆ ਦੀ ਲੋਕਾਂ ਦੀ ਗੱਲ ਚੱਲਦੀ ਆ, ਪਰ ਮੈਂ ਆਪਣੇ ਮਾਲਕ ਦੇ ਸਨਮੁਖ ਖੜ ਕੇ ਆਪਣੇ ਗੁਰੂ ਨੂੰ ਸੁਰਤ ਵਿੱਚ ਹਾਜ਼ਰ ਜਾਣ। ਮੈਂ ਇਹ ਗੱਲ ਦਾ ਵੀ ਨਾ ਕਹਿਣਾ ਦਾਤਿਆ, ਸੱਚਮੁੱਚ ਮੈਂ ਮੂਰਖ ਹਾਂ ਤੇਰੇ ਲਈ। ਮੈਂ ਤੇਰੀ ਨਿਗਾਹ ਦੇ ਵਿੱਚ ਸਿਆਣਾ ਤੇ ਚਾਹੇ ਕਮਲਾ, ਮੈਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ, ਕਿਉਂਕਿ ਤੂੰ ਸਰਬ ਕਲਾਂ ਕਾ ਗਿਆਤਾ। ਤੂੰ ਦੁਨੀਆ ਨੂੰ ਵੀ ਜਾਣਦਾ ਤੇ ਤੂੰ ਮੈਨੂੰ ਵੀ ਜਾਣਦਾ। ਬਸ ਸੁਮਤ ਬਖਸ਼, ਮੈਂ ਬੌਰਾ ਬਣ ਕੇ ਵੀ ਤੇਰਾ ਪੱਲਾ ਨਾ ਛੱਡਾਂ। ਆ ਮੇਰੇ ਤੇ ਕਿਰਪਾ ਕਰ ਦੋ, ਬਾਕੀ ਛੱਡੋ। ਸਭ ਖਲਕ ਸਿਆਣੀ। ਫਿਰ ਅੱਗੇ ਕਹਿੰਦੇ ਨੇ ਮੈਂ ਬੌਰਾ ਰਾਮ ਕੀਓ ਬੌਰਾ। ਵਾਹਿਗੁਰੂ ਮੈਂ ਬੌਰਾ, ਮੈਂ ਬਿਗੜਿਓ ਬਿਗੜਿਓ ਬਿਗੜੈ ਮਤ ਹੌਰਾ। ਮੈਂ ਵਿਗੜ ਗਿਆ ਕਿਹਦੇ ਕਰਕੇ? ਇੱਕ ਮਾਲਕ ਕਰਕੇ, ਇੱਕ ਪ੍ਰਭੂ ਪਰਮਾਤਮਾ ਕਰਕੇ। ਲੋਕ ਕਹਿੰਦੇ ਨੇ ਵੀ ਵਿਗੜਿਆ, ਹਾਂ ਇਹਦਾ ਰਸਤਾ ਗਲਤ ਆ। ਕਦੇ ਇਦਾਂ ਦੀ ਕਹਾਣੀ ਹਰਨਾਕਸ਼ ਦੇ ਘਰ ਵਿੱਚ ਵੀ ਵਾਪਰਦੀ ਹੈ ਨਾ। ਹਰਨਾਕਸ਼ ਕਹਿੰਦਾ ਮੇਰਾ ਪੁੱਤ ਤਾਂ ਵਿਗੜ ਗਿਆ, ਇਹ ਤਾਂ ਵਿਗੜਿਆ ਨਾ, ਤੇ ਇਹ ਤਾਂ ਨਾਲਦਿਆਂ ਨੂੰ ਵੀ ਵਿਗਾੜ ਰਿਹਾ, ਨਾਲਦਿਆਂ ਨੂੰ ਵਿਗਾੜ ਰਿਹਾ, ਉਹਨਾਂ ਨੂੰ ਵਿਗਾੜ ਰਿਹਾ। ਹੁਣ ਆਪਾਂ ਅੰਦਾਜ਼ਾ ਲਾਓ, ਜਿਹੜਾ ਵਿਅਕਤੀ ਕਹਿੰਦਾ ਮੇਰਾ ਪੁੱਤ ਵਿਗੜ ਗਿਆ, ਕੀ
प्रहलाद बिगड़िया होया दुनिया की निगाह च, बाबे नानक की निगाह च, पंजवें पातशाह की निगाह च की प्रहलाद बिगड़िया होया ते साडा जवाब की हो ना। ते उहदा प्यो कहंदा, उहदे प्यो दे संगी साथी कहंदे ने जिहड़े नाल दे ने, ये बिगड़ गया, आप भी बिगड़ गया, होरां नूं बिगाड़ूगा। पर सच्चाई आ दुनिया की निगाह च जां हरनाकश की निगाह च प्रहलाद बिगड़िया होवेगा, क्योंकि उन्हां कोले झूठा सच दे आशिक नहीं हन। प्रहलाद सच दा आशिक है, ਉਹਦੇ ਕੋਲੇ ਝੂਠ नहीं है। जे तां प्रहलाद अपने प्यो वांगू आप झूठ दी दीवार ते खड़ जे, नींह ते खड़ जे, फिर तां ਉਹ ਸਿਆਣਾ। पर जे ਉਹ ਝੂਠ ਦੀ दीवार ते नींह ते ਨਿਉ ते नहीं खड़दा ਤੇ ਫਿਰ ਉਹਨੂੰ ਕਹਿਤਾ ਵੀ ਆਪ ਹੀ ਵਿਗੜਿਆ, ਹੋਰਾਂ ਨੂੰ ਵਿਗਾੜੋ। ਆਪ ਵਿਗੜਿਆ ਸਭ ਚਾਟੜੇ ਵਿਗਾੜੇ, ਆਪਣੇ ਨਾਲਦਿਆਂ ਨੂੰ ਵਿਗਾੜੀ ਜਾਂਦਾ। ਤਾਂ ਹੁਣ ਗੁਰੂ ਸਾਹਿਬ ਜੀ ਕਹਿੰਦੇ ਆਪਾਂ इस गल का निरीखण करना। निरीखण हो गया भी प्रहलाद च कोई नुक्स नहीं है। लोग उहदे प्यो नूं बड़ा जान के, धर्मी जान के, सियाणा जान के, राजा जान के उहदी गल सुनदे आ। इन्नी फर्क आ। कुदरती गल आ, किसी बंदे कोले नुमाइंदगी होवे, अमीर भी होवे ते उहदे नाल सारे दा सारा नगरी हां दे विच हां मिला दिंदा, भावें उहदा फैसला गलत होवे, सही ना होवे, जां सही होवे गलत ना होवे, हां सारी मिला दिंदे, कहंदे जो इहने कहता बस ठीक आ। क्यों? क्योंकि वह अमीर भी आ, उहदी चलदी भी आ, वह बड़ा लीडर भी आ, कोई नुमाइंदा भी आ। इस करके इसे करके हरनाकश दे मगर जिन्ने हन वो लोग ने जिहड़े डरदे मारे, किसे लालच मारे, किसे दे अधीन हो के हाँ हाँ कही जाते, हाँ हाँ कही जाते हैं ना, कोई फर्क नहीं पैंदा। पर कबीर साहब जी ने जो सानूं दस्सिया, परवाह ना करो। जे प्रहलाद नहीं परवाह करदा, एक पासे बहु गिणती है, एक पासे थोड़े ने। हरनाकश दी भैण भी प्रहलाद नूं मारन ते तुली हुई आ, फिर उथों सानूं समझ लेना चाहिदा जिहनूं मारन तुरे सी वो बच गया, जिहड़े तुरे सी मारन वो मर गए। एक अपनी कहावत है ना भी माड़ी दे करन वाला आप ही खत्म हो जाता। फिर वो इत्थे प्रहलाद दे घरे ढुक गई गल भी वाकई सच आ, भूआ मारना ही सी, वो भी मर गई। हरनाकश वो भी मर गया। वो किवें मरिया? उहदा हंकार टुट गया। बड़ा कुछ कीता उहने, ऐ कर लो, ऐ कर लो, ऐ कर लो, उहदा हंकार टुट गया, हंकार चकनाचूर हो गया। सच्चाई है भी जिस बंदे अंदर हंकार भारू होवे ते हंकार नूं चोट वजे, टुट जे, ते वो बंदा मरिया नूं भी भैड़ा हुंदा। मरिया तो एक दफा मर गया, खत्म हो गया, गल कहानी मुक गई, पर वो मरिया नालों भी घटिया। इसे करके भगत कबीर साहब जी कहंदे ने, मेरे बाबा मैं बौरा, सब खलक सियानी मैं बौरा, मैं बिगड़ियो बिगड़ै मत औरा। मैं तो बिगड़िया, मैं लोकां दी निगाह च सारे ब्राह्मण बनारस विच कहंदे ए बिगड़ गया, वो कहंदा मैं बिगड़े ही चंगा, कोई गल नहीं, ठीक है ना। अगे रहाओ, भगत कबीर साहब जी ने रहाओ दे बंद विच दस दिता भी मैं बिगड़िया होया, बस गल खत्म। मैं तुहाडे वाले लक्षण, तुहाडे वाले जीवन दीआं जिहड़ियां गतिविधियां ने, कोई किसी तरह दी निजमावली आ वो नहीं अपनी, मैनूं चंगी नहीं लगदी। मैं मेरे मालक परमात्मा दे अधीन हां रहांगा। मैं फोकियां बैंसां दे विच नहीं पैना, मैं ना फोकियां बैंसां विच बिल्कुल ही नहीं पैना। मैं अपने मालक दा वफादार हां, मैं अपने रब दा वफादार हां। मैं अपना सिर, अपना जीवन अपने रब दे चरनां विच लिजा के रखना, क्योंकि जन्म ही मैनूं उहने दित्ता ना, जन्म तुसीं थोड़ी दित्ता गा। उन्हां नूं कहना जन्म तुसीं दित्ता। तुहाडीआं किसे सियाणप दे विचों, किसे वहस दे विचों मेरा मैनूं कोई लाभ नहीं है। जे मेरे जीवन दे विच लाभ है तां प्रभु परमात्मा नाल जुड़ के है।
फिर की लिखते ने, विद्या ना परूं, परूं तो पा पढ़ना, मैं तुहाडे वाली विद्या नहीं पढ़नी। जिवें आपां कह दईए मैं तेरी गल नहीं सुननी, गल खत्म। बस भावें तेरी गल बिल्कुल सही आ पर मैं सुननी नहीं। विद्या ना परूं, बनारस विच पंडित कहंदे साडे वाली विद्या पढ़, ਉਹ ਕਹਿੰਦਾ मैं नहीं पढ़दा। विद्या ना परूं। ਹੁਣ ਮੰਨ ਲਓ ਵੀ ਆਪਾਂ ਇਸ ਗੱਲ ਨੂੰ ਥੋੜਾ ਜਿਹਾ ਫੀਲ ਕਰੋ, ਸੋਚੋ ਵੀ ਭਗਤ ਕਬੀਰ ਸਾਹਿਬ ਜੇ ਵਿਦਿਆ ਪੜ੍ਹ ਲੈਂਦੇ, ਉਹਨਾਂ ਮੁਤਾਬਕ 2 ਅੱਖਰ ਸੁਣ ਲੈਂਦੇ, ਸਮਝ ਲੈਂਦੇ, ਕੀ ਫਰਕ ਪੈਣਾ ਸੀ। ਅੱਜ ਆਪਣੀ ਬੋਲੀ ਇਹੀ ਆ ਨਾ ਵੀ ਚਲੋ ਕੋਈ ਗੱਲ ਨਹੀਂ, ਕੀ ਫਰਕ ਪੈਂਦਾ ਗਾ ਵੀ ਜੇ ਕੋਈ ਸਕੂਲ ਦਾ ਟੀਚਰ ਜਿਵੇਂ ਪੜ੍ਹਾਉਂਦਾ ਪੜ੍ਹ ਲੈਣ ਦੋ ਬੱਚੇ ਨੂੰ, ਕੀ ਫਰਕ ਪੈਂਦਾ। ਮਾਫ ਕਰਨਾ, ਹੋ ਸਕਦਾ ਕਿਸੇ ਟੀਚਰ ਦੀ ਭਾਵਨਾ ਮਾੜੀ ਹੋਵੇ, ਉਹਦੀ ਜਿਹੜੀ ਅੰਦਰ ਦੀ ਬੋਲ ਬਾਣੀ ਆ ਨਾ, ਉਹ ਆਪਣੇ ਪਰਥਾਏ ਜਾਂ ਆਪਣੇ ਬੱਚਿਆਂ ਦੇ ਪਰਥਾਏ ਗਲਤ ਸੁਨੇਹਾ, ਗਲਤ ਮੈਸੇਜ ਦਿੰਦੀ ਹੋਵੇ। गौर तो करनी पू ना, हो सकता। चलो माफ करना, टीचर कोई माड़े नहीं मनने आपां, ना ही आपां मनना भी इदां दा होवेगा, पर कई बार जे होवे कोई ना कोई चांस बन सकता ना, बड़े थां वापर रहे नेगे, पर उत्थे गौर करना, वेखना, परखना वो साडी जिम्मेवारी आ। कई बार गुरु दे सिद्धांत नूं तोड़ा जांदा, अज खास करके। ਹੁਣ ਭਗਤ ਕਬੀਰ ਸਾਹਿਬ ਨੇ ਐਸੇ ਵਜ੍ਹਾ ਨੂੰ ਵੇਖਦਿਆਂ ਹੋਇਆਂ ਜਵਾਬ ਦਿੱਤਾ ਸੀ, ਮੈਂ ਤੁਹਾਡੇ ਵਾਲੀ ਵਿਦਿਆ ਪੜ੍ਹਨੀ ਨਹੀਂ, ਮੈਂ ਤੁਹਾਡੇ ਵਾਲੇ ਅੱਖਰ ਪੜ੍ਹਨੇ ਨਹੀਂ ਹਨ। ਕਿਉਂ ਨਹੀਂ ਪੜ੍ਹਨੇ ਗਏ? ਤੁਹਾਡੇ ਵਾਲੇ ਅੱਖਰ ਪੜ੍ਹ ਕੇ ਨਾ ਮੇਰਾ ਮਨ ਬੈਂਸਾਂ ਵਿੱਚ ਪੈਂਦਾ। ਤੁਸੀਂ ਖੁਦ ਹੀ ਸਾਰੇ ਬਹਿਸ ਕਰੀ ਜਾਂਦੇ ਹੋ। ਦੱਸੋਗਾ ਭਲਾ ਮੈਨੂੰ ਕੋਈ ਕੌਣ ਆ ਜਿਹੜਾ ਬਹਿਸ ਤੋਂ ਮੁਕਤ ਆ, ਜਿਹੜਾ ਲੜਾਈ ਤੋਂ ਮੁਕਤ ਆ। ਅੱਖਰ ਉਹ ਵਧੀਆ ਹੁੰਦੇ ਨੇ, ਉਹ ਲਫ਼ਜ਼ ਵਧੀਆ ਹੁੰਦੇ ਨੇ ਜਿਹੜੇ ਬੰਦੇ ਨੂੰ ਮਾੜੇ ਕੰਮ ਤੋਂ, ਬਹਿਸ ਤੋਂ, ਫੋਕੀਆਂ ਦਲੀਲਬਾਜ਼ੀਆਂ ਤੋਂ, ਫੋਕੀਆਂ ਵਹਿਸਬਾਜ਼ੀਆਂ ਤੋਂ ਉੱਪਰ ਉਠਾ ਦੇਣ। ਅੱਖਰ ਉਹ ਵਧੀਆ ਹੁੰਦੇ ਆ। ਅੱਖਰਾਂ ਦੇ ਵਿੱਚ ਇੱਕ ਖੂਬੀ ਆ, ਇੱਕ ਇੱਕ ਅੱਖਰ ਜੁੜ ਕੇ ਨਾ ਉਹ ਇੱਕ ਇੱਕ ਲਫ਼ਜ਼, ਇੱਕ ਇੱਕ ਸ਼ਬਦ ਬਣ ਜਾਂਦਾ, ਤੇ ਉਹ ਸ਼ਬਦ ਬੰਦੇ ਦੀ ਜ਼ਿੰਦਗੀ ਬਦਲ ਦਿੰਦਾ। ਉਹੀ ਸ਼ਬਦ ਨਾ ਬੰਦੇ ਦੀ ਜ਼ਿੰਦਗੀ ਬਦਲਦਾ। ਉਹ ਸ਼ਬਦ ਬੰਦੇ ਨੂੰ ਜ਼ਿੰਦਗੀ 'ਚ ਰਸ ਦਿੰਦਾ। ਮੰਨ ਲਓ ਕੱਲਾ ਰਾਰਾ ਰੁਕਿਆ ਹੋਇਆ, ਕੀ ਪਤਾ ਉਸ ਰਾਰੇ ਨੇ ਆਪਣੇ ਵੱਲੋਂ ਕੀ ਕਹਿਣਾ। ਰਾਰਾ ਰਾਤ ਵੀ ਬਣ ਸਕਦੀ ਆ ਨਾ, ਰਾਰਾ ਰਾਈ ਵੀ ਬਣ ਸਕਦੀ ਆ ਨਾ, ਰਾਰਾ ਰਾਏ ਵੀ ਬਣ ਸਕਦਾ ਨਾ। ਤੇ ਸਾਨੂੰ ਕਿਸ ਚੀਜ਼ ਦੀ ਲੋੜ ਸੀ? ਰੋਟੀ ਦੀ। ਪਰ ਉੱਥੇ ਰਾਰੇ ਨਾਲੋਂ ਸਾਰੇ ਅੱਖਰ ਕੱਟ ਕੇ ਜੇ ਕੱਲਾ ਰਾਰਾ ਸਿੰਗਲ ਖੜਾ ਨਾ, ਉਹ ਕੁਝ ਵੀ ਕਹਿ ਸਕਦਾ, ਜੋ ਅੱਖਰ ਉਹਦੇ ਮਗਰਲੇ ਬੰਨੇ ਐਡ ਹੋ ਗਿਆ। ਪਰ ਜੇ ਉਹਦੇ ਮਗਰਲੇ ਬੰਨੇ ਟੈਂਕਾ ਤੇ ਟੈਂਕੇ ਨੂੰ ਵਿਹਾਰੀ ਐਡ ਹੋ ਗਈ, ਫਿਰ ਉਹ ਬਣ ਜੂ ਰੋਟੀ। ਸੁਨੇਹਾ ਲੱਗ ਜੂ ਸਾਨੂੰ ਰੋਟੀ ਚਾਹੀਦੀ ਆ। ਅੱਖਰ ਵਿੱਚ ਆ ਖੂਬੀ ਆ, ਖਾਸੀਅਤ ਆ। ਕੱਲਾ ਆੜਾ ਅੱਖ ਵੀ ਬਣ ਸਕਦੀ ਹੈ, ਅੱਖਾਂ ਪਿੱਛੇ ਲਾ ਕੇ। ਅੰਗਿਆਰ ਵੀ ਬਣ ਸਕਦੇ ਨੇ, ਅਗਨੀ ਵੀ ਬਣ ਸਕਦੀ ਆ। ਪਰ ਉਸੇ ਆੜੇ ਉੱਪਰ ਟਿੱਪੀ ਲਾ ਕੇ ਪਿੱਛੇ ਬੱਬਾ ਪਾ ਦਈਏ ਤੇ ਕੀ ਬਣ ਗਿਆ? ਅੰਬ। ਅੰਬ ਸਾਡੀ ਸਿਹਤ ਲਈ ਮੰਨ ਲਓ ਵੀ ਵਧੀਆ, ਪ੍ਰਮਾਤਮਾ ਨੇ ਇੱਕ ਫਰੂਟ ਦਿੱਤਾ ਗਾ। ਚਲੋ ਮੇਰੇ ਕਹਿਣ ਤੋਂ ਮੁਰਾਦ ਕੱਲਾ ਅੱਖਰ ਪਤਾ ਨਹੀਂ ਕੀ ਬਣੂ ਤੇ ਕੀ ਕਹੂਗਾ, ਪਰ ਅੱਖਰ ਅੱਖਰ ਜੁੜ ਕੇ, ਅੱਖਰ ਅੱਖਰ ਜੁੜ ਕੇ ਕੀ ਬਣ ਜਾਂਦਾ? ਇੱਕ ਲਫ਼ਜ਼, ਇੱਕ ਸ਼ਬਦ ਬਣ ਜਾਂਦਾ, ਜਿਹੜਾ ਸ਼ਬਦ ਬੰਦੇ ਦੀ ਜ਼ਿੰਦਗੀ ਨੂੰ ਬਦਲ ਦਿੰਦਾ ਗਾ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾ, ਜਿਹੜੀ ਤੁਹਾਡੇ ਵਾਲੀ ਵਿਦਿਆ ਗੀ ਇਹ ਬੈਂਸਾਂ ਵਿੱਚ ਪਾਉਂਦੀ ਹੈ, ਮੈਂ ਪੜ੍ਹਨੀ ਨਹੀਂ, ਗੱਲ ਖਤਮ। ਬਸ ਵਿਦਿਆ ਨਾ ਪੜੂ, ਬਾਦ ਨਹੀਂ ਜਾਨੂ।
ਤੇ ਜੇ ਮੈਂ ਤੁਹਾਡੇ ਵਾਲੀਆਂ ਗੱਲਾਂ ਸੁਣੇ ਹੀ ਨਾ, ਪੜ੍ਹੇ ਹੀ ਨਾ, ਤੇ ਮੈਨੂੰ ਪਤਾ ਮੈਂ ਬਾਦ ਵਿਵਾਦ ਚੋਂ ਨਿਕਲ ਜਾਊਂਗਾ। ਤੇ ਅੱਜ ਦੁਨੀਆ ਬਾਦ ਵਿਵਾਦ 'ਚ ਫਸੀ ਹੋਈ ਆ। ਉਹਦੀ ਸੁਣ ਲਈ, ਉਹਦੇ ਕੋਲੇ ਕਰਤੀ, ਉਹਦੀ ਸੁਣ ਲਈ, ਉਹਦੇ ਕੋਲੇ ਕਰਤੀ। ਆਇਆ ਕੀ ਕਰਨ ਸੀ ਤੇ ਖੱਟ ਕੇ ਕੀ ਲੈ ਗਿਆ। ਬਾਬਾ ਨਾਨਕ ਦਾ ਉਪਦੇਸ਼ ਤੁਹਾਡੇ ਸਾਹਮਣੇ ਆ ਗਿਆ। ਦੇਖੋ ਭਗਤ ਕਬੀਰ ਸਾਹਿਬ ਜੀ ਦਾ। ਭਗਤ ਕਬੀਰ ਸਾਹਿਬ ਕਹਿੰਦੇ ਇਦੋਂ ਬਿਹਤਰ ਆ ਮੈਂ ਤੁਹਾਡੀ ਗੱਲ ਸੁਣ ਲੂੰ ਹੀ ਨਹੀਂ, ਬਸ ਇਦੋਂ ਵਧੀਆ ਤੇ ਇਹੀ ਆ। ਆਪਾਂ ਆਮ ਵੀ ਕਹਿ ਦਿੰਦੇ ਆ, ਕਿਉਂ ਯਾਰ ਸੁਣੀ ਜਾਂਦੇ ਹੋ ਕਿਸੇ ਦੀ, ਛੱਡੋ ਖਹਿੜਾ। ਆਪਾਂ ਸੁਣਾਂਗੇ ਆਪਣਾ ਦਿਮਾਗ ਬਦਲੂਗਾ, ਆਪਾਂ ਸੁਣਾਂਗੇ ਆਪਣੀ ਸੋਚ ਬਦਲੂਗੀ। ਜੇ ਸੁਣਨਾ, ਜੇ ਬੋਲਣਾ, ਜੇ ਪੜ੍ਹਨਾ, ਤਾਂ ਮੈਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਪੜਾਂਗਾ ਜੋ ਮੈਨੂੰ ਪਰਮਾਤਮਾ ਨਾਲ ਲਫ਼ਜ਼ ਜੋੜਨ, ਜੋ ਰੱਬ ਨਾਲ ਜੋੜਦੇ ਨੇ। ਉਹ ਲਫ਼ਜ਼ ਨਹੀਂ ਪੜ੍ਹਨੇ ਜਿਹੜੇ ਮੈਨੂੰ ਬਹਿਸ ਬਾਜੀ ਵਿੱਚ ਫਸਾ ਦੇਣ। ਮੈਂ ਉਹ ਲਫ਼ਜ਼ ਪੜ੍ਹਨੇ ਆ ਜਿਹੜੇ ਮੈਨੂੰ ਬਹਿਸ ਬਾਜੀ ਚੋਂ ਕੱਢ ਦੇਣ। ਤੇ ਹੁਣ ਸਾਨੂੰ ਕੀ ਸਿੱਖਿਆ ਮਿਲ ਗਈ? ਅਸੀਂ ਵੀ ਉਹੀ ਕੁਝ ਗੁਰੂ ਤੋਂ ਪ੍ਰਾਪਤ ਕਰਨਾ ਜਿਹੜਾ ਸਾਨੂੰ ਗੁਰੂ ਨਾਲ ਜੋੜ ਦੇਵੇ। ਜਿਵੇਂ ਆਪਾਂ ਕਹਦੇ ਨਾ, ਲੋਕ ਬੋਲੀ ਘੱਟ ਸੁਣਨੀ ਆ, ਗੁਰੂ ਬੋਲੀ ਵੱਧ ਸੁਣਨੀ ਆ। ਲੋਕ ਬਾਣੀ ਛੱਡ ਦੋ ਤੇ ਗੁਰੂ ਬਾਣੀ ਪੜ੍ਹ ਲਓ। ਭਗਤ ਕਬੀਰ ਸਾਹਿਬ ਜੀ ਦਾ ਇੱਥੇ ਆ ਉਪਦੇਸ਼ ਆ। ਮੈਂ ਕੀ ਕਹਿੰਦੇ ਨੇ, ਵਿਦਿਆ ਨਹੀਂ ਪੜ੍ਹਨੀ ਤੁਹਾਡੇ ਵਾਲੀ, ਵਿਦਿਆ ਨਾ ਪੜ੍ਹੋ। ਅੱਗੇ ਬਾਦ ਨਹੀਂ ਜਾਣੂ ਹਰ ਗੁਣ ਕਥਤ ਸੁਨਤ ਬੋਰਾ। ਮੈਂ ਤਾਂ ਹਰੀ ਦੇ ਗੁਣ ਗਾਉਣਾ ਹਾਂ। ਉਹਦੇ ਗੁਣ ਕਿਉਂ ਗਾਉਣਾ? ਕਿਉਂਕਿ ਉਹਦੇ ਬੋਲ ਗਾਉਂਦਿਆਂ ਗਾਉਂਦਿਆਂ ਮੈਂ ਉਹਦੇ ਵਰਗਾ ਬਣ ਜੂ। ਤੇ ਤੁਹਾਡੀ ਪੜ੍ਹਾਈ ਪੜ੍ਹਦਾ ਪੜ੍ਹਦਾ ਮੈਂ ਤੁਹਾਡੇ ਵਰਗਾ ਬਣ ਜਾਊਂਗਾ। ਤੇ ਅੱਜ ਆਪਾਂ ਦੇਖਦੇ ਹਾਂ ਵੀ ਸਾਡੇ ਸਮਾਜ ਦਾ ਇੱਕ ਐਸਾ ਨਮੂਨਾ, ਆਪਾਂ ਹੁਣੀ ਗੱਲ ਕੀਤੀ ਵੀ ਬਹੁਤੇ ਸਕੂਲ ਇਦਾਂ ਦੇ ਆ ਜਿਹੜੇ ਸਾਡੇ ਬੱਚੇ ਨੂੰ ਸਾਡੇ ਮੂਲ ਨਾਲੋਂ ਤੋੜ ਰਹੇ ਨੇ। ਚਲੋ ਸਾਰੇ ਨਹੀਂ, ਜੋ ਹੈਗੇ ਨੇ ਉਹ ਵੀ ਸਤਿਕਾਰਯੋਗ ਨੇ ਆਪੋ ਆਪਣੀ ਭਾਵਨਾ ਮੁਤਾਬਕ, ਪਰ ਬਹੁਤੇ ਹੈਗੇ ਨੇ। ਫਿਰ ਭਗਤ ਕਬੀਰ ਸਾਹਿਬ ਦੀ ਗੱਲ ਪੱਲੇ ਬੰਨ ਲਿਓ ਵੀ ਸਾਨੂੰ ਉਹਨਾਂ ਵਿਦਿਆਵਾਂ ਤੋਂ, ਉਹਨਾਂ ਅਦਾਰਿਆਂ ਤੋਂ, ਉਹਨਾਂ ਸੰਸਥਾਵਾਂ ਤੋਂ ਮੁਕਤ ਹੋ ਜਾਣਾ ਚਾਹੀਦਾ ਜਿਹੜੀਆਂ ਸਾਨੂੰ ਗਲਤ ਵਰਤ ਰਹੀਆਂ ਨੇ। ਗੁਰੂ ਕੋਲੇ ਆ ਜਾਓ ਤੇ ਗੁਰੂ ਨੇ ਦੱਸ ਦੇਣਾ ਕੀ ਪੜ੍ਹਨਾ ਤੇ ਕੀ ਨਹੀਂ ਪੜ੍ਹਨਾ। ਕਬੀਰ ਸਾਹਿਬ ਨੇ ਇਸੇ ਬਾਣੀ ਨਾਲ ਸੰਬੰਧਿਤ ਨਾ ਆਪਣੇ ਸ਼ਲੋਕ ਵਿੱਚ ਵੀ ਲਿਖਿਆ ਹੈਗਾ। ਕਬੀਰ ਸਾਹਿਬ ਨੇ ਨਾ ਆਪਣੇ ਪਿਆਰੇ ਪਿਆਰੇ ਸ਼ਲੋਕ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤੇ ਨੇ। ਜਿਹੜੀ ਇੱਥੇ ਗੱਲ ਕੀਤੀ ਨਾ, ਵਿਦਿਆ ਨਾ ਪੜ੍ਹੋ, ਇਹ ਸਾਰਾ ਹਾਲ ਦੇਖ ਕੇ ਕਬੀਰ ਸਾਹਿਬ ਜੀ ਕਹਿੰਦੇ ਨਾ, ਇੱਕ ਦਿਨ ਮੇਰੇ ਅੰਦਰ ਚਾਅ ਬਣ ਗਿਆ ਸੀ, ਚਾਅ। ਜਿੱਦੇ ਮੈਂ ਇਹਨਾਂ ਲੋਕਾਂ ਦੇ ਵਿੱਚ ਨਾ ਅਜੇ ਵਿਚਰਿਆ ਨਹੀਂ ਸੀਗਾ, ਮੈਨੂੰ ਇਹਨਾਂ ਬਾਰੇ ਪਤਾ ਨਹੀਂ ਸੀਗਾ। ਤੋ ਆਪਣੀ ਕਹਾਵਤ ਆ ਨਾ, ਜਾਂ ਤਾਂ ਰਾਹ ਪਏ ਤੋਂ ਤੇ ਜਾਂ ਬਾਹ ਪਏ ਤੋਂ ਪਤਾ ਲੱਗਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਚੰਗਾ ਮੰਨਦਾ ਸਾਰਿਆਂ ਨੂੰ, ਬਾਹਲੇ ਚੰਗੇ ਨੇ, ਬਹੁਤ ਵਧੀਆ ਨੇਗੇ ਇਹ। ਆਹ ਗੱਲ ਬਾਅਦ ਚ ਕਹੀ ਆ, ਕਿਹੜੀ? ਵਿਦਿਆ ਨਾ ਪੜ੍ਹੋ, ਮੈਂ ਤੁਹਾਡੇ ਵਾਲੇ ਬੋਲ ਪੜ੍ਹਨੇ ਨਹੀਂ। ਕਹਿੰਦਾ ਜਿੱਦੇ ਮੈਨੂੰ ਚੰਗੇ ਲੱਗੇ ਸੀ ਨਾ, ਮੈਂ ਆਸ ਕਰਕੇ ਵਗ ਗਿਆ। ਆਸ, ਜਿਵੇਂ ਮੰਨ ਲਓ ਗੁਰਦੁਆਰਾ ਸਾਹਿਬ ਸਾਰੇ ਆਸ ਕਰਕੇ ਹੁੰਦੇ ਨਾ ਵੀ ਕੁਝ ਸੁਣ ਕੇ ਆਵਾਂਗੇ। ਜੇ ਕੁਝ ਸੁਣਨ ਨੂੰ ਨਾ ਮਿਲੇ ਫਿਰ ਬੇਆਸੇ ਮੁੜ ਜਾਵਾਂਗੇ, ਨਿਰਾਸ਼ਤਾ ਪੱਲੇ ਪਊ, ਉਦਾਸ ਜੇ ਹੋਵਾਂਗੇ, ਕੁਛ ਨਹੀਂ ਬਣਿਆ। ਚਲੋ ਜਿਨ੍ਹਾਂ ਦੀ ਭਾਵਨਾ ਕੁਛ ਖਾ ਕੇ ਆਵਾਂਗੇ ਤੇ ਜੋ ਉਹਨਾਂ ਵਿਚਾਰਿਆਂ ਨੂੰ ਖਾਣ ਨੂੰ ਨਾ ਮਿਲੇ ਉਹ ਵੀ ਉਦਾਸ ਹੋ ਕੇ ਮੁੜ ਜਾਣਗੇ। ਚਲੋ ਜਿਹੋ ਜੀ ਕੋਈ ਭਾਵਨਾ, ਸਭ ਦੀ ਭਾਵਨਾ ਆਪੋ ਆਪਣੇ ਲੈਵਲ ਤੇ ਸਤਿਕਾਰਯੋਗ। ਪਰ ਕਬੀਰ ਸਾਹਿਬ ਜੀ ਕਹਿੰਦੇ ਮੈਂ ਇੱਕ ਦਿਨ ਆਸ ਕਰਕੇ ਵਗ ਗਿਆ। ਜਦੋਂ ਮੈਂ ਆਸ ਕਰਕੇ ਗਿਆ ਨਾ ਤੇ ਮੈਨੂੰ ਮਿਲਿਆ ਕੁਛ ਨਹੀਂ। ਮੇਰਾ ਮਨ ਨਿਰਾਸ਼ ਹੋ ਗਿਆ ਵੀ ਅੱਜ ਤੋਂ ਬਾਅਦ ਇਸ ਜੰਜਾਲ ਵਿੱਚ ਤੈਂ ਫਸਣਾ ਨਹੀਂ, ਅੱਜ ਤੋਂ ਬਾਅਦ ਤੈਂ ਇੱਥੇ ਆਉਣਾ ਨਹੀਂ। ਇਹਨੂੰ ਕਹਿੰਦੇ ਸਿਆਣਪ। ਹੁਣ ਸਾਡਾ ਕੀ ਸੁਭਾਅ? ਕਬੀਰ ਸਾਹਿਬ ਜੀ ਕਹਿੰਦੇ ਜਿੱਥੇ ਮੈਂ ਗਿਆ ਸੀ ਨਾ, ਇੱਥੇ ਤੁਸੀਂ ਵੀ ਜਾਂਦੇ ਹੋ ਪਰ ਤੁਸੀਂ ਬਦਲਦੇ ਨਹੀਂ। ਕਬੀਰ ਸਾਹਿਬ ਕਹਿੰਦੇ ਮੈਂ ਬਦਲ ਗਿਆ। ਫਰਕ ਇੰਨਾ ਕੀ ਹੈ। ਮੰਨ ਲਓ ਵੀ ਜੇ ਆਪਾਂ ਗਲਤ ਥਾਂ ਤੇ ਜਾਵਾਂਗੇ ਨਹੀਂ ਤਾਂ ਆਪਾਂ ਨੂੰ ਪਤਾ ਵੀ ਨਹੀਂ ਲੱਗਣਾ ਵੀ ਕੀ ਆ ਕੀ ਨਹੀਂ। ਉੱਥੇ ਜਾਏ ਤੇ ਪਤਾ ਲੱਗੂਗਾ। ਚਟਕਾਈ ਦੀ ਦੁਕਾਨ ਤੇ ਜਾਓਗੇ ਤਾਂ ਪਤਾ ਲੱਗੂ ਵੀ ਇੱਥੇ ਕੀ ਆ। ਸ਼ਰਾਬ ਖਾਨੇ ਮੂਹਰ ਦੀ ਲੰਘੋਗੇ ਤਾਂ ਪਤਾ ਲੱਗੂ ਵੀ ਇੱਥੇ ਕੀ ਜਲੂਸ ਨਿਕਲਦਾ ਗਾ, ਤਾਂ ਹੀ ਪਤਾ ਲੱਗੂ ਨਾ। ਗੁਆਂਢੀਆਂ ਦੇ ਜਾਓਗੇ ਤਾਂ ਹੀ ਪਤਾ ਲੱਗੂ ਨਾ ਵੀ ਕਿਹੋ ਜਿਹਾ ਸੁਭਾਅ। ਰਿਸ਼ਤੇਦਾਰੀ ਜਾਵਾਂਗੇ ਤਾਂ ਹੀ ਪਤਾ ਲੱਗੂ ਵੀ ਕਿਹੋ ਜਿਹਾ ਸੁਭਾਅ।
ਜਦੋਂ ਭਾਗੇ ਉਦੋਂ ਬਾਅਦ ਉਥੋਂ ਤੁਹਾਨੂੰ ਤੁਹਾਡੀ ਭਾਵਨਾ ਮੁਤਾਬਕ ਕੁਝ ਮਿਲਦਾ ਨਹੀਂ। ਜੇ ਕੁਝ ਮਿਲਦਾ ਤਾਂ ਵਧੀਆ, ਜੇ ਨਹੀਂ ਮਿਲਦਾ ਤਾਂ ਛੱਡ ਦੋ। ਮਿਲ ਗਿਆ ਦੁਬਾਰਾ ਵਗ ਜੋ, ਨਹੀਂ ਮਿਲਿਆ ਛੱਡ ਦੋ। ਹੁਣ ਆਪਾਂ ਆਪ ਹੀ ਖੁਦ ਹੀ ਮੰਨ ਕੇ ਵੇਖੋ ਵੀ ਆਪਾਂ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਉਨੇ ਆ, ਜੇ ਸਾਨੂੰ ਥੋੜੀ ਬਹੁਤੀ ਮਾਲਕ ਦੀ ਬਖਸ਼ਿਸ਼, ਬਾਣੀ ਦੀ ਦਾਤ ਮਿਲਦੀ ਹੈ ਨਾ, ਕੋਈ ਵਿਚਾਰ ਦੀ ਦਾਤ ਮਿਲਦੀ ਆ, ਆਪਾਂ ਫੇਰ ਹੀ ਆਉਨੇ ਆ ਨਾ। ਤੇ ਜੇ ਨਾ ਹੀ ਮਿਲੇ ਆਪਾਂ ਹੀ ਕਰਨਾ ਹੁੰਦਾ। ਬੜੇ ਪਿੰਡਾਂ 'ਚ ਗੁਰਦੁਆਰੇ ਨੂੰ ਮਾਫ ਕਰਨਾ, ਬਹੁਤ ਬੁਰਾ ਹਾਲ ਆ, ਦੁਖਾਂਤ ਆ। ਜਿਸ ਕਾਰਜ ਲਈ ਇਹ ਸਨ, ਉਹ ਕਾਰਜ ਕਿਸੇ ਨੇ ਨਹੀਂ ਸਮਝਿਆ, ਨਾ ਉੱਥੋਂ ਦੇ ਨੁਮਾਇੰਦਿਆਂ ਨੇ ਤੇ ਨਾ ਹੀ ਉੱਥੋਂ ਦੇ ਕੋਈ ਰਾਗੀ ਢਾਡੀ ਪ੍ਰਚਾਰਕ ਜੋ ਵੀ ਨੇ। ਚਲੋ ਗੁਰੂ ਸਮਤ ਬਖਸ਼ੇ, ਮਤ ਬਖਸ਼ੇ ਮਾਲਕ। ਬਾਬੇ ਨਾਨਕ ਨੇ ਕਰਤਾਰਪੁਰ ਸਾਹਿਬ ਵਸਾ ਕੇ ਨਾ ਇੱਕ ਦੁਨੀਆ ਨੂੰ ਮੈਸੇਜ ਦਿੱਤਾ ਸੀ, ਆ ਜਿਹੜਾ ਘਰ ਮੈਂ ਇੱਥੇ ਪਾਇਆ ਨਾ, ਇਹ ਘਰ ਮੈਂ ਥਾਂ ਥਾਂ ਬਣਾਉਣੇ ਨੇ, ਇਹ ਘਰ ਮੈਂ ਥਾਂ ਥਾਂ। ਤੁਸੀਂ ਸੋਚੋਗੇ ਵੀ ਇਹ ਕਿੱਥੇ ਲਿਖਿਆ ਬਾਬੇ ਨਾਨਕ ਨੇ? ਇਹ ਬਾਬੇ ਨਾਨਕ ਦੇ ਜੀਵਨ ਨਾਲ ਇਤਿਹਾਸਕ ਸਰੋਤਾਂ ਦੇ ਵਿੱਚੋਂ ਲੱਭ ਕੇ ਨਾ ਭਾਈ ਗੁਰਦਾਸ ਨੇ ਲਿਖਿਆ, ਘਰ ਘਰ ਅੰਦਰ ਧਰਮਸ਼ਾਲਾ। ਹਰੇਕ ਘਰੇ ਬਣਾਉਣੀ ਆ ਮੈਂ, ਬਣ ਤਾਂ ਗਈ ਨਾ, ਪਰ ਵਿੱਚ ਕੀ ਆ? ਜੋ ਕਰਤਾਰਪੁਰ ਮਿਲਦਾ ਉਹ ਮਿਲਦਾ ਨਹੀਂ ਮਿਲਦਾ। ਜੇ ਨਹੀਂ ਮਿਲਦਾ ਫਿਰ ਉਹਦਾ ਕੋਈ ਫਾਇਦਾ ਨਹੀਂ। ਸਕੂਲ ਬਣ ਗਿਆ, ਵਿੱਚ ਬੱਚਾ ਕੋਈ ਨਹੀਂ, ਇਕੱਲੇ ਟੀਚਰ ਨੇ, ਕੀ ਮਤਲਬ ਆ? ਕੋਈ ਲਾਭ ਹੈ ਨਾ। ਉਹਦਾ ਮਤਲਬ ਕੀ ਸੀ? ਟੀਚਰ ਨੇ, ਕਮਰੇ ਨੇ, ਵਧੀਆ ਸਾਰਾ ਮਾਹੌਲ ਹੈ, ਪਿੰਡ ਦੇ ਵਿੱਚੋਂ ਬੱਚੇ ਇਕੱਠੇ ਕਰਨੇ ਆ, ਉੱਥੇ ਬੁਲਾਉਣੇ ਨੇ, ਇਹਨਾਂ ਨੂੰ ਸਿਖਾਉਣਾ ਕੁਝ। ਸਕੂਲ ਦਾ ਮਤਲਬ ਤਾਂ ਆਹ ਸੀ, ਆਹੀ ਮਤਲਬ ਗੁਰਦੁਆਰੇ ਦਾ। ਤੇ ਅੱਜ ਮੈਨੂੰ ਨਹੀਂ ਕੁਛ ਮਿਲਿਆ, ਨੁਮਾਇੰਦਗੀ ਨਹੀਂ ਮਿਲੀ, ਕੋਈ ਮੈਨੂੰ ਅਹੁਦਾ ਨਹੀਂ ਮਿਲਿਆ, ਮੈਂ ਆਪਦਾ ਅੱਡੀ ਖੋਲ ਲੈਣਾ। ਚੱਲ ਫਿਰ ਕੀ ਹੁੰਦਾ, ਖੁੱਲ ਜਾਂਦਾ। ਸੜਕਾਂ ਦੇ ਬਾਜੋ ਖੁੱਲੇ ਪਏ ਨੇ, ਪਿੰਡਾਂ 'ਚ ਬਾਜੋ 5-5 ਖੁੱਲੇ ਪਏ ਨੇ। ਮਾਫ ਕਰਨਾ, ਬਾਬੇ ਨਾਨਕ ਨੇ ਜੋ ਕਰਤਾਰਪੁਰ ਸੁਨੇਹਾ ਦਿੱਤਾ ਸੀ, ਘਰ ਘਰ ਅੰਦਰ ਖੁੱਲ ਤਾਂ ਗਏ, ਪਰ ਉਹਦੇ ਵਿੱਚ ਹੈ ਕੀ ਇਹ ਤੁਹਾਨੂੰ ਪਤਾ ਹੈ। ਗੁਰੂ ਬਖਸ਼ਿਸ਼ ਕਰੇ। ਆਪਣੀ ਗੱਲ ਸੀ ਵੀ ਮੈਂ, ਕਬੀਰ ਸਾਹਿਬ ਕਹਿੰਦੇ ਨਾ, ਚਲਾ ਗਿਆ। ਕਿੱਥੇ ਗਿਆ? ਉਹਨਾਂ ਪੁਜਾਰੀਆਂ ਕੋਲੇ, ਉਹਨਾਂ ਪੰਡਤਾਂ ਕੋਲੇ, ਉਹਨਾਂ ਪੰਡਤਾਂ ਕੋਲੋਂ ਵਿਦਿਆ ਲੈਣ ਚਲਾ ਗਿਆ। ਜਦੋਂ ਚਲਾ ਗਿਆ ਨਾ ਤੇ ਜਾ ਕੇ ਦੇਖਿਆ ਵੀ ਤੂੰ ਤਾਂ ਗਲਤ ਥਾਂ ਤੇ ਆ ਗਿਆ। ਮੇਰਾ ਮਨ ਉਦਾਸ ਹੋ ਗਿਆ। ਆਪਾਂ ਵੀ ਕਦੇ ਮਹਿਸੂਸ ਕਰੀਏ ਵੀ ਜੋ ਮੈਂ ਲੈਣ ਆਇਆ ਸੀ ਮਿਲ ਗਿਆ ਕਿ ਨਹੀਂ ਮਿਲਿਆ। ਜੇ ਨਹੀਂ ਮਿਲਿਆ ਤਾਂ ਥੋੜਾ ਜਿਹਾ ਆਪਣੇ ਆਪ ਨੂੰ ਕੋਸ ਕੇ ਵੇਖੋ, ਆਪਣੇ ਆਪ ਨੂੰ ਝੰਜੋੜ ਕੇ ਵੇਖੋ ਵੀ ਜੋ ਮੈਂ ਲੈਣ ਗਿਆ ਸੀ ਤਾਂ ਮੈਨੂੰ ਮਿਲਿਆ ਹੀ ਨਹੀਂਗਾ। ਪਰ ਜੋ ਲੈਣਾ ਸੀ ਉਹ ਮਿਲਿਆ ਨਹੀਂ, ਜੋ ਲੈਣਾ ਨਹੀਂ ਸੀ ਉਹ ਧੱਕੇ ਨਾਲ ਪਾ ਰਹੇ ਨੇ। ਧੱਕੇ ਨਾਲ ਜੋ ਲੈਣਾ ਨਹੀਂ ਸੀ ਉਹ ਧੱਕੇ ਨਾਲ। ਗੁਰੂ ਪਾਤਸ਼ਾਹ ਕਹਿੰਦੇ ਨੇ, ਮਨ ਮਤ ਨਾਨਕ ਦੇ ਘਰ 'ਚ ਕੋਈ ਨਹੀਂ ਹੋਣੀ ਚਾਹੀਦੀ। ਚਲੋ ਆਪਣੇ ਘਰ 'ਚ ਅਸੀਂ ਬਿਮਾਰ ਆ, ਇੱਥੇ ਆ ਕੇ ਮਨ ਮਤ ਟੁੱਟ ਜਾਣੀ ਚਾਹੀਦੀ ਆ। ਅੱਜ ਤਾਂ ਸਪੈਸ਼ਲ ਬਾਬੇ ਨਾਨਕ ਦੇ ਚਰਨਾਂ 'ਚ ਬੈਠ ਕੇ ਬੰਦਾ ਮਨ ਮਤ ਕਰ ਰਿਹਾ ਹੈਗਾ। ਇਹ ਸਾਡੇ ਲੈਣ ਵਾਲੀ ਚੀਜ਼ ਨਹੀਂ ਸੀ, ਅਸੀਂ ਲੈ ਰਹੇ ਹਾਂ। ਇਹ ਇੱਥੇ ਮਨ ਮਤ ਛੱਡਣੀ ਸੀ। ਜਾਣੀ ਕਿ ਕਹਿਣ ਤੋਂ ਮੁਰਾਦ ਡਾਕਟਰ ਕੋਲੇ ਜਾ ਕੇ ਬਿਮਾਰੀ ਕਟਵਾਉਣੀ ਸੀ, ਪਰ ਡਾਕਟਰ ਕੋਲੇ ਜਾ ਕੇ ਬਿਮਾਰੀਆਂ ਮਿਲ ਰਹੀਆਂ ਨੇ। ਹੁਣ ਜਿਹੜੇ ਡਾਕਟਰ ਕੋਲੋਂ ਜਾ ਕੇ ਸਾਨੂੰ ਬਿਮਾਰੀ ਮਿਲਦੀ ਹੋਵੇ, ਆਮ, ਖਾਸ, ਪੜ੍ਹਿਆ, ਅਣਪੜ੍ਹਿਆ, ਜੀ ਤੋਂ ਮਰਜ਼ੀ ਪੁੱਛ ਲਓ ਵੀ ਡਾਕਟਰ ਦੀ ਦੁਕਾਨ ਦਾ ਆਸਾ ਪਾਸਾ ਸਾਫ਼ ਨਹੀਂ, ਬਿਮਾਰੀ ਟੁੱਟਣ ਦੀ ਬਜਾਏ ਉੱਥੇ ਆਸੇ ਪਾਸੇ ਇੰਨੀ ਗੰਦਗੀ ਆ, ਦੁਕਾਨ 'ਚ ਇੰਨੀ ਗੰਦਗੀ ਆ, ਸਗੋਂ ਬਿਮਾਰੀਆਂ ਲੱਗਦੀਆਂ ਨੇ, ਉੱਥੇ ਕੋਈ ਵੀ ਨਹੀਂ ਜਾਂਦਾ। ਤੇ ਦੁੱਖ ਨਾ ਕਹਿਣਾ ਪੈਂਦਾ, ਜਿਹੜੀਆਂ ਬਿਮਾਰੀਆਂ ਦਾ ਇਲਾਜ ਗੁਰੂ ਸਾਹਿਬ ਨੇ ਕਰਨ ਦੇ ਲਈ ਇਹ ਅਸਥਾਨ ਬਣਾਏ ਸੀ ਨਾ, ਇਹਨਾਂ ਅਸਥਾਨਾਂ ਤੇ ਬੈਠ ਕੇ ਹੀ ਉਹ ਬਿਮਾਰੀਆਂ ਵੰਡੀਆਂ ਜਾ ਰਹੀਆਂ ਨੇ। ਲੈ ਜਾਓ। ਹੁਣ ਗੱਲ ਕਬੀਰ ਸਾਹਿਬ ਤੇ ਪਹੁੰਚਣਾ ਆਪਾਂ। ਕਬੀਰ ਸਾਹਿਬ ਜੀ ਕਹਿੰਦੇ, ਮੈਂ ਜਾਨੂ ਪੜ੍ਹਬੋ ਭਲੋ। ਕਬੀਰ ਸਾਹਿਬ ਕਹਿੰਦੇ ਨਾ, ਮੈਂ ਜਾਨੂ ਪੜ੍ਹਬੋ ਭਲੋ, ਪੜ੍ਹਬੇ ਸਿਉ ਭਲ ਜੋਗ, ਭਗਤ ਨਾ ਛਾਡੂ ਰਾਮ ਕੀ, ਭਾਵੇਂ ਨਿੰਦੋ ਲੋਗ। ਇਹ ਕਬੀਰ ਦੇ ਸ਼ਲੋਕਾਂ ਵਿੱਚ ਇੱਕ ਸ਼ਲੋਕ ਆ। ਇਹ ਸਾਰੇ ਲੋਕ ਨਾ ਪੜ੍ਹਾਈ ਨੂੰ ਬਹੁਤ ਮਹੱਤਤਾ ਦਿੰਦੇ ਸੀ। ਜਿੱਥੇ ਵੀ ਕਬੀਰ ਸਾਹਿਬ ਰਹਿੰਦੇ ਨੇ, ਬਨਾਰਸ ਦੇ ਵਿੱਚ ਜਾਂ ਹੋਰ ਇਲਾਕਿਆਂ 'ਚ ਵਿਚਰਦੇ ਨੇ, ਜਿੱਥੇ ਵੀ ਜਾਂਦੇ ਨੇ,
ਕਬੀਰ ਸਾਹਿਬ ਜੀ ਕਹਿੰਦੇ ਸਾਰੇ ਲੋਕ ਨਾ ਵਿਦਿਆ ਨੂੰ ਬੜੀ ਮਾਨਤਾ ਦਿੰਦੇ ਸੀ, ਪੜੋ 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 ਪੜੋ। ਮੇਰੇ ਅੰਦਰ ਵੀ ਚਾਅ ਪੈਦਾ ਹੋ ਗਿਆ, ਜ਼ਰੂਰੀ ਹੈ ਪੜ੍ਹਨਾ। ਕਬੀਰ ਸਾਹਿਬ ਕਹਿੰਦੇ ਮੇਰੇ ਅੰਦਰ ਨਾ ਚਾਅ ਪੈਦਾ ਹੋ ਗਿਆ, ਕਹਿੰਦਾ ਮੈਂ ਵੀ ਵਗ ਗਿਆ, ਚੱਲ ਵੜਦੇ ਆਪਾਂ, ਚਲੋ ਦੇਖਦੇ ਹਾਂ ਜਾ ਕੇ ਕੀ ਮਿਲਦਾ ਕੀ ਨਹੀਂ ਮਿਲਦਾਗਾ। ਕਹਿੰਦਾ ਜਦੋਂ ਮੈਂ ਵਗ ਗਿਆ ਨਾ, ਗਿਆ ਤਾਂ ਮੈਂ ਕੁਝ ਸਿੱਖਣ ਸੀ, ਪਰ ਜੋ ਸਿੱਖਣ ਗਿਆ ਸੀ ਉਹ ਮਿਲਿਆ ਨਹੀਂ। ਜਿਹੜੀ ਗੱਲ ਆਪਾਂ ਹੁਣ ਤੱਕ ਕੀਤੀ ਹੈ ਨਾ, ਉਹ ਇੱਥੇ ਸ਼ਲੋਕ ਵਿੱਚ ਦੱਸਦੀ, ਕਬੀਰ ਮੈਂ ਜਾਣੂ ਮੈਂ ਸਮਝਿਆ, ਪੜ੍ਹਬੋ ਭਲੋ, ਪੜ੍ਹਨਾ ਚੰਗਾ। ਪਰ ਜਦੋਂ ਉਹਨਾਂ ਦਾ ਹਾਲ ਜਾ ਕੇ ਦੇਖਿਆ ਨਾ, ਉਹ ਪੜ੍ਹਦੇ ਥੋੜੀ, ਉਹ ਤਾਂ ਲੜਦੇ ਨੇ। ਪੜ੍ਹਦੇ ਥੋੜਾ ਹੀ ਆ, ਲੜਦੇ ਨੇ। ਇਹ ਗੱਲ ਅੱਜ ਆਪਾਂ ਥੋੜੀ ਜਿਹੀ ਨਾ ਆਪਣੇ ਸਕੂਲਾਂ ਕਾਲਜਾਂ 'ਚ ਵੀ ਦੇਖ ਸਕਦੇ ਹਾਂ। ਸਾਨੂੰ ਸਾਰਿਆਂ ਨੂੰ ਭਾਵਨਾ ਵੀ ਸਾਡੇ ਬੱਚੇ ਬੱਚੀਆਂ ਪੜ੍ਹਨੇ ਚਾਹੀਦੇ ਆ, ਪਰ ਉੱਥੇ ਹੋ ਕੀ ਰਿਹਾ? ਜੋ ਬੱਚੇ ਬੱਚੀਆਂ ਨੂੰ ਚਾਹੀਦਾ ਉਹੀ ਕੁਛ ਮਿਲ ਰਿਹਾ ਜਾਂ ਕੁਛ ਹੋਰ ਮਿਲ ਰਿਹਾ ਹੈਗਾ, ਇਹ ਅੰਦਾਜ਼ਾ ਅੱਜ ਆਪਾਂ ਲਾ ਸਕਦੇ ਹਾਂ। ਮੈਂ ਜਾਣੂ ਪੜ੍ਹਬੋ ਭਲੋ, ਪੜ੍ਹਬੇ ਸੋ ਭਲ ਜੋਗ, ਛੱਡ ਮੈਂ ਨਹੀਂ ਪੜ੍ਹਨਾਗਾ। ਕਿਉਂ ਨਹੀਂ ਪੜ੍ਹਨਾਗਾ? ਪੜ੍ਹਨ ਦੇ ਨਾਲੋਂ ਤਾਂ ਰੱਬ ਦਾ ਨਾਂ ਲੈਣਾ ਹੀ ਚੰਗਾਗਾ। ਪੜ੍ਹਵੇ ਸਿਉ ਭਲ, ਭਲਾ ਤਾਂ ਇਸੇ ਕੰਮ 'ਚ ਹੀ ਹੈ। ਜੋਗ ਭਾਵ ਰੱਬ ਨਾਲ ਜੁੜ ਜਾਓ, ਗੁਰੂ ਨਾਲ ਜੁੜ ਜਾਓ, ਸੱਚ ਨਾਲ ਜੁੜ ਜਾਓ। ਆਹੀ ਪੜ੍ਹਾਈ ਮੇਰੇ ਲਈ ਬਿਹਤਰੀਨ ਹੈ। ਆਹ ਤੁਹਾਡੇ ਵਾਲੀ ਪੜ੍ਹਾਈ ਮੈਂ ਨਹੀਂ ਪੜ੍ਹਨੀ। ਇੱਥੇ ਕੀ ਲਿਖਤਾ? ਵਿਦਿਆ ਨਾ ਪੜ੍ਹੂੰ, ਮੈਂ ਨਹੀਂ ਪੜ੍ਹਨੀ। ਉੱਥੇ ਕੀ ਲਿਖਤਾ? ਕਬੀਰ ਸਾਹਿਬ ਕਹਿੰਦੇ ਮੈਂ ਜਾਣੂ ਪੜ੍ਹਬੋ ਭਲੋ, ਪੜ੍ਹਵੇ ਸਿਉ ਭਲ ਜੋਗ। ਫਿਰ ਅੱਗੇ ਲਿਖਿਆ, ਭਗਤ ਨਾ ਛਾਡੂ ਰਾਮ ਕੀ, ਭਾਵੇਂ ਤੁਸੀਂ ਮੈਨੂੰ ਸਾਰੇ ਨਿੰਦੀ ਚੱਲੋ, ਮਾੜਾ ਕਹੀ ਚੱਲੋ, ਕੁਛ ਨਹੀਂ ਹੋਣਾ, ਮੈਂ ਪਰ ਪਰਮਾਤਮਾ ਦੀ ਭਗਤੀ ਨਹੀਂ ਛੱਡਣੀ। ਜਾਣੀ ਕਿ ਪਰਮਾਤਮਾ ਦੀ ਪੜ੍ਹਾਈ ਨਹੀਂ ਛੱਡਣੀ, ਪਰਮਾਤਮਾ ਦਾ ਸੱਚਾ ਗਿਆਨ ਨਹੀਂ ਛੱਡਣਾ। ਤੇ ਅੱਜ ਆ ਕਬੀਰ ਸਾਹਿਬ ਦੀ ਬਾਣੀ ਤੇ ਆਪਾਂ ਖੁਦ ਹੀ ਗੌਰ ਕਰਕੇ ਵੇਖੀਏ ਵੀ ਕਿੰਨਾ ਕਿੰਨਾ ਨੇ ਆਪਣੀ ਜ਼ਿੰਦਗੀ 'ਚ ਅਮਲ ਕੀਤਾ, ਨਹੀਂ ਕੀਤਾ ਕਰੀਏ। ਅੱਗੇ ਕਬੀਰ ਸਾਹਿਬ ਕਹਿੰਦੇ ਨੇ, ਹਰ ਗੁਣ ਕਹਿਤਾ ਸੁਨਤ ਬਉਰਾਨੂ, ਮੈਂ ਮਾਲਕ ਦੇ ਗੁਣਾਂ ਨੂੰ ਸੁਣਦਾ ਹਾਂ, ਉਹਨਾਂ ਨੂੰ ਹੀ ਸਮਝਦਾ ਹਾਂ, ਉਹਨਾਂ ਦੇ ਅਨੁਸਾਰ ਹੀ ਆਪਣੀ ਜ਼ਿੰਦਗੀ ਜਿਉਂਦਾ ਹਾਂ। ਆਪ ਨਾ ਬਿਗੜੈ ਆਪਣੀ ਮਤ ਕੋਈ। ਭਗਤ ਜੀ ਕਹਿੰਦੇ ਉਹ ਪਰਮਾਤਮਾ ਨੇ ਨਾ ਮੈਨੂੰ ਸੱਚਮੁੱਚ ਵਿਗਾੜਤਾ, ਕਿਉਂਕਿ ਉਹਦੀ ਮੱਤ ਆ, ਰੱਬ ਦੀ ਮੱਤ ਆ ਨਾ, ਉਹ ਅਲੱਗ ਆ, ਦੁਨੀਆ ਦੀ ਮੱਤ ਅਲੱਗ ਆ। ਦੁਨੀਆ ਕੁਝ ਹੋਰ ਚਾਹੁੰਦੀ ਆ, ਰੱਬ ਕੁਝ ਹੋਰ ਚਾਹੁੰਦਾ ਗਾ। ਮੇਰੇ ਭਰਮ ਭੁੱਲੋ ਮਤ ਕੋਈ, ਤੇ ਰੱਬ ਨੇ ਮੇਰੇ ਸਾਰੇ ਭਰਮ ਭੁਲੇਖੇ ਮਿਟਾ ਦਿੱਤੇ। ਮੈਂ ਉਹ ਟੀਚਰ ਲੱਭ ਲਿਆ, ਮੈਂ ਉਹ ਸੱਜਣ ਲੱਭ ਲਿਆ, ਕਿਹੜਾ? ਜਿਹਨੂੰ ਆਪਾਂ ਰੋਜ਼ ਬਾਣੀ 'ਚ ਪੜ੍ਹਦੇ ਆ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੀ। ਮੈਂ ਉਹ ਟੀਚਰ ਲੱਭ ਲਿਆ। ਕਿਹੜਾ ਟੀਚਰ? ਜਿਹੜਾ ਰੋਜ਼ ਕਹਿੰਦਾ ਨਾ ਬਾਣੀ 'ਚ, ਐਸਾ ਗਿਆਨ ਜਪੋ ਮਨ ਮੇਰੇ। ਨਾਮ ਦੀ ਗੱਲ ਤਾਂ ਬਹੁਤ ਹੈ ਨਾ, ਐਸਾ ਨਾਮ ਜਪੋ ਮਨ ਮੇਰੇ। ਪਰ ਇੱਥੇ ਇਹ ਵੀ ਲਫ਼ਜ਼ ਪਾਤਸ਼ਾਹ ਨੇ ਲਿਖ ਦਿੱਤੇ, ਐਸਾ ਗਿਆਨ ਜਪੋ ਮਨ ਮੇਰੇ। ਇਹਦਾ ਮਤਲਬ ਨਾਮ ਤੋਂ ਅਲੱਗ ਕੋਈ ਗਿਆਨ ਦੀ ਦਾਤ ਵੀ ਹੈ, ਜਿਹੜੀ ਜਪਣੀ ਆਪਾਂ ਲੈ ਕੇ ਜਾਣੀ ਆ, ਆਪਣੀ ਜ਼ਿੰਦਗੀ 'ਚ ਦ੍ਰਿੜ ਕਰਨੀ ਹੈ, ਪੱਕੀ ਕਰਨੀ ਹੈ। ਕੁਛ ਹੈ ਜ਼ਰੂਰ ਪ੍ਰਾਪਤ ਕਰੀਏ। ਪਾਤਸ਼ਾਹ ਜੀ ਫਿਰ ਜ਼ਿਕਰ ਕਰਦੇ ਨੇ, ਅਬ ਹੈ ਨਾ ਮਾਤਾ ਸੋ ਕਬਹੂ ਨਾ ਮਾਤਾ। ਅੱਗੇ ਕਹਿ ਕਬੀਰ ਰਾਮੈ ਰੰਗ ਰਾਤਾ। ਕਬੀਰ ਸਾਹਿਬ ਜੀ ਕਹਿੰਦੇ ਨਾ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਔਗਣਾਂ ਨੂੰ ਮਿਟਾ ਕੇ ਪਰਮਾਤਮਾ ਦੇ ਨਾਮ ਵਿੱਚ ਮਸਤ ਹੋ ਗਿਆ। ਕਹਿ ਕਬੀਰ ਰਾਮੈ ਰੰਗ ਰਾਤਾ। ਮੈਂ ਪ੍ਰਭੂ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ। ਮੈਨੂੰ ਕਿਸੇ ਪੁਜਾਰੀ ਦਾ ਕੋਈ ਡਰ ਨਹੀਂ, ਮੈਨੂੰ ਕਿਸੇ ਪੰਡਤ ਦਾ, ਕਿਉਂਕਿ ਉਹਨਾਂ ਟਾਈਮਾਂ 'ਚ ਤਾਂ ਪੰਡਤ ਦੀ ਗੱਲ ਹੀ ਕਰਨੀ ਹੈ ਨਾ, ਕੋਈ ਮੌਕੇ ਤੇ ਵੱਡੇ ਆਗੂ ਸੀ, ਪੁਜਾਰੀ ਸੀ। ਪਰ ਅੱਜ ਜਿਨ੍ਹਾਂ ਨੂੰ ਭਗਤ ਕਬੀਰ ਸਾਹਿਬ ਕਹਿ ਰਹੇ ਨਾ, ਅੱਜ ਉਹ ਨਹੀਂ, ਅੱਜ ਉਹਨਾਂ ਦਾ ਬਦਲਵਾਂ ਰੂਪ ਸਿੱਖ ਹੀ ਆ, ਜਿਨ੍ਹਾਂ ਨੂੰ ਕਹਿਣ ਦੀ ਲੋੜ ਆ, ਉਹਨਾਂ ਬਦਲਵਾਂ ਰੂਪ ਆ। ਚਲੋ ਵਾਹਿਗੁਰੂ ਭਲਾ ਕਰੇ। ਭਗਤ ਕਬੀਰ ਸਾਹਿਬ ਦੀ ਬਾਣੀ ਨੂੰ ਆਪਾਂ ਆਪਣੇ ਮੁਤਾਬਕ ਵੇਖਣਾ, ਇੱਕ ਸੀਸੇ ਦੀ ਤਰ੍ਹਾਂ। ਜਦੋਂ ਦੇਖਾਂਗੇ ਨਾ, ਫਿਰ ਸਾਡੇ ਜੀਵਨ ਦੀ ਸੁਧਾਈ, ਸਾਡੇ ਜੀਵਨ ਦਾ ਉਧਾਰ, ਸਾਡੇ ਜੀਵਨ ਦੀ ਥੋੜੀ ਬਹੁਤੀ ਜਿਹੜੀ ਗਤੀਵਿਧੀ ਆ ਨਾ, ਉਹ ਵੱਧ ਜਾਊਗੀ। ਜਦੋਂ ਵੇਖਾਂਗੇ, ਜਿੰਨਾ ਟਾਈਮ ਪੜ੍ਹ ਛੱਡਾਂਗੇ, ਉਹਨਾਂ ਟਾਈਮ ਸਾਨੂੰ ਪੱਲੇ ਕੁਛ ਨਹੀਂ ਪੈਣਾ, ਸਾਡੀ ਜ਼ਿੰਦਗੀ 'ਚ ਬਦਲਾਅ ਨਹੀਂ ਆਉਣਾ। ਸੋ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਬੜੀ ਸੋਹਣੀ ਵਿਚਾਰ ਦਿੱਤੀ ਸੀ,
ਤੇ ਇਸ ਵਿਚਾਰ ਨੂੰ ਆਪਾਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਲੈ ਕੇ ਆਈਏ। ਸੋ ਸਾਰਿਆਂ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ।